Students, next category of reactions for alkynes is nucleophilic addition reactions. Nucleophilic addition reaction ਲਈ ਬੇਟਾ basic requirement ਹੈ nucleophile ਦੀ. So nucleophile is negatively charged or electron rich species which will attack alkynes. ਤਾਂ alkynes ਦੇ ਵਿੱਚ ਕਿਉਂਕਿ already we see there are two pi bonds, triple bond ਇਹਦੇ ਵਿੱਚ, ਤਾਂ ਇਸ ਲਈ ਜੇ nucleophile attack ਕਰੂ this means the double bond will shift away from the site where nucleophile attacks. So nucleophile ਨੂੰ naturally ਕਿਉਂਕਿ ਉਹਨੂੰ positive side ਚਾਹੀਦੀ ਹੈ, ਇਸ ਲਈ ਇਲੈਕਟ੍ਰੋਨਸ ਉਸ ਤੋਂ ਦੂਜੀ ਸਾਈਡ ਨੂੰ ਜਾਣਗੇ, ਦੂਸਰੀ ਸਾਈਡ ਨੂੰ ਸ਼ਿਫਟ ਹੋਣਗੇ. ਸੋ on attack of nucleophile, nucleophile in general ਆ represent ਕੀਤਾ ਹੋਇਆ ਕਿ it is having this unshared pair of electrons ਤੇ ਉਹਨੂੰ negative charge ਨਾਲ represent ਕੀਤਾ ਹੈ. So when this attacks the carbon of alkyne ਤਾਂ double bond ਉਸ ਤੋਂ ਪਰੇ ਨੂੰ shift ਹੋਊਗਾ because this requires positive center. So ਪਹਿਲਾਂ ਇਹਦੇ ਕੋਲ ਤਾਂ ਆਪਦੇ electrons ਬੜੇ ਨੇ, so this will attack one carbon ਤੇ ਦੂਸਰੀ ਸਾਈਡ ਤੇ electron ਜਾ ਕੇ negatively charged carbon ਬਣਾ ਦਿੰਦੇ ਆ. Second carbon becomes negatively charged. Then the hydrogen ਜਾਂ positive nucleophile ਜੋ ਚੀਜ਼ positive addendum part ਇਹਦਾ ਹੈ ਉਹ ਲੱਗ ਜਾਣਾ C negative ਤੇ, ਜਿਵੇਂ ਇਹਦੇ 'ਚ ਹਾਈਡਰੋਜਨ ਦਿਖਾਇਆ ਹੋਇਆ. ਸੋ ਪ੍ਰੋਟੋਨ ਕਮਸ ਔਨ ਦਾ ਸੈਕਿੰਡ ਕਾਰਬਨ ਐਂਡ ਨਿਊਕਲੀਓਫਾਈਲ ਹਾਈਡਰੋਜਨ ਨਾਲ ਸੀ ਜਿਹੜਾ ਉਹਨੂੰ ਅਲੱਗ ਲਿਖਿਆ ਹੋਇਆ, ਜਾਂ H ਪੋਜ਼ੀਟਿਵ ਇਕੱਲਾ ਇਸ ਰਿਐਕਸ਼ਨ 'ਚ ਆਪਾਂ ਦਿਖਾ ਦਿਆਂਗੇ. ਸੋ ਦਿਸ ਇਜ਼ ਜਨਰਲ ਰਿਪਰੈਜ਼ੈਂਟੇਸ਼ਨ. ਇਸ ਹੈਡਿੰਗ ਦੇ ਅੰਦਰ ਬੇਟਾ ਆਪਣੇ ਕੋਲੇ ਦੋ ਰਿਐਕਸ਼ਨਸ ਨੇ. ਸੋ ਜਦੋਂ ਤੁਸੀਂ ਦੋਨੋਂ ਰਿਐਕਸ਼ਨਸ ਕਰੋਗੇ ਦੈਟ ਇਜ਼ ਐਡੀਸ਼ਨ ਆਫ HCN ਐਂਡ ਸੈਕੰਡ ਇਜ਼ ਐਡੀਸ਼ਨ ਆਫ ਐਲਕੋਹਲਸ, ਮਿਥਾਈਲ ਅਲਕੋਹਲ ਦੀ ਦਿੱਤੀ ਹੋਈ ਹੈ. ਸੋ ਇਹ ਤੁਹਾਨੂੰ ਯਾਦ ਰੱਖਣਾ ਪੈਣਾ ਹੈ ਕਿ ਜਦੋਂ ਮਕੈਨਿਜ਼ਮ ਸ਼ੋ ਕਰਾਂਗੇ ਤਾਂ ਨੈਗੇਟਿਵ ਪਾਰਟ ਅਟੈਕ ਕਰਦਾ ਦਿਖਾਵਾਂਗੇ. ਸੋ ਇਨ ਦਾ ਫਰਸਟ ਐਗਜ਼ਾਮਪਲ ਵੇਅਰ ਦੇਰ ਇਜ਼ ਐਡੀਸ਼ਨ ਆਫ ਹਾਈਡਰੋਜਨ ਸਾਇਨਾਈਡ ਤਾਂ HCN ਦੇ ਵਿੱਚੋਂ ਬੇਟਾ ਇੱਕ H ਇੱਕ 'ਤੇ ਜਾਣਾ ਕਾਰਬਨ 'ਤੇ, ਜਦੋਂ ਟੋਟਲ ਰਿਐਕਸ਼ਨ ਲਿਖਣੀ ਹੈ ਤਾਂ ਕੋਈ ਉਹਦਾ ਫਰਕ ਨਹੀਂ ਹੈ, ਇੱਕ H 'ਤੇ ਗਿਆ ਇੱਕ 'ਤੇ ਗਿਆ CN ਤੇ ਇੱਕ ਬੌਂਡ ਹੈ ਜਿਹੜਾ ਟੁੱਟ ਕੇ ਹੁਣ ਦੋਨਾਂ ਨਾਲ ਇੱਕ ਬੌਂਡ ਲੱਗ ਗਿਆ ਸੀ. ਸੋ ਟੂ ਬੌਂਡਸ ਆਰ ਫਾਰਮਡ but this reaction takes place, ਆ ਵੀ ਲਿਖਣਾ ਪੈਣਾ ਤੁਹਾਨੂੰ, it takes place in the presence of Cu2Cl2. ਸੋ ਇਹਦਾ ਮਤਲਬ ਇੱਕ ਕਿਊਪਰਸ ਕਲੋਰਾਈਡ ਹੈ, ਦੋ Cl ਲੱਗੀਆਂ ਹੋਈਆਂ ਤਾਂ +1 ਵਾਲਾ ਕਾਪਰ ਹੈ. ਓਕੇ, ਦਿਸ ਇਜ਼ ਵਿਨਾਈਲ ਸਾਇਨਾਈਡ, ਟ੍ਰਿਪਲ ਤੋਂ ਡਬਲ ਬੌਂਡ ਹੋ ਗਿਆ, ਇੱਕ ਪਾਸੇ H ਤੇ ਇੱਕ ਪਾਸੇ CN, ਪ੍ਰੋਡਕਟ ਤੁਸੀਂ ਲਿਖਤੀ ਹੋਈ ਹੈ. ਬਟ ਵੈਨ ਵੀ ਸ਼ੋ ਇਟਸ ਮੈਕੈਨਿਜ਼ਮ we will show the attack of negatively charged ion CN negative on alkyne. ਤਾਂ ਜਿਵੇਂ ਪਹਿਲੇ ਸਟੈਪ 'ਚ ਦਿਖਾਇਆ ਸੀ that is the same procedure. ਇੱਕ ਕਾਰਬਨ 'ਤੇ ਅਟੈਕ ਕਰਤਾ, ਪਹਿਲੀ 'ਤੇ ਜਾਂ ਦੂਜੀ 'ਤੇ, ਤਾਂ ਇਲੈਕਟ੍ਰੋਨਸ ਉੱਥੋਂ ਦੂਜੀ ਸਾਈਡ ਨੂੰ ਮੂਵ ਹੋ ਗਏ. ਸੋ ਇਸ 'ਤੇ ਬੇਟਾ ਨੈਗੇਟਿਵ ਚਾਰਜ ਬਣ ਜਾਊਗਾ ਅਤੇ ਇਹਦੇ 'ਤੇ ਸਾਇਨਾਈਡ ਇਹਨੂੰ ਅਟੈਚ ਹੋ ਜਾਊਗਾ ਪਹਿਲੀ ਇਸ ਕਾਰਬਨ ਨੂੰ, ਹੈ ਨਾ, ਇਹਦੇ ਨਾਲ ਬੌਂਡ ਬਾਅਦ 'ਚ ਦਿਖਾ ਦਿਆਂਗੇ. ਐਂਡ this negatively charged carbon then will take hydrogen from HCN. ਤਾਂ ਹਾਈਡਰੋਜਨ ਲਾ ਕੇ ਅਗਲੀ ਸਟੈਪ ਦੇ ਵਿੱਚ CH2 ਡਬਲ ਬੌਂਡ CHN ਬਣ ਗਿਆ. ਸੋ ਬੇਟਾ ਇੱਕੋ ਹੀ ਮੋਲੀਕਿਊਲ ਇਹਦਾ ਐਡ ਹੁੰਦਾ ਦਿਖਾਉਣਾ, ਜਿਵੇਂ ਪਿਛਲੀ ਵਾਰੀ ਆਪਾਂ ਕਈ ਵਾਰੀ ਦੋ ਕਰ ਦਿੰਦੇ ਸੀ. ਇੱਕ ਤਾਂ ਚੀਜ਼ ਇਹ ਯਾਦ ਰੱਖਣੀ ਕਿ ਨੈਗੇਟਿਵ ਪਾਰਟ ਅਟੈਕ ਕਰਦਾ, ਸੈਕਿੰਡ ਕਿ ਇੱਕੋ ਹੀ ਮੋਲੀਕਿਊਲ ਐਡ ਕਰਨਾ. ਦੈਨ ਐਡੀਸ਼ਨ ਆਫ ਐਲਕੋਹਲਸ, ਇਹ ਵੀ ਇਸ ਤਰ੍ਹਾਂ ਹੀ ਹੈ. ਹੁਣ ਇਹਦੇ 'ਚ ਵੀ ਹਾਈਡਰੋਜਨ ਉਤਾਰ ਕੇ ਇਸ ਤਰ੍ਹਾਂ ਦੋ ਪਾਰਟਸ ਬਣਦੇ, ਇੱਕ ਨੈਗੇਟਿਵ ਹੈ ਇੱਕ ਪੋਜ਼ੀਟਿਵ ਹੈ. ਸੋ ਜਿਹੜਾ ਨੈਗੇਟਿਵ ਪਾਰਟ ਹੈ, ਆਹ ਵਾਲਾ ਨੈਗੇਟਿਵ ਪਾਰਟ ਹੈ ਉਹ CH3, ਇਹਨੂੰ ਇੱਕ ਕਾਰਬਨ ਨੂੰ ਅਟੈਕ ਕਰੂ ਅਤੇ ਹਾਈਡਰੋਜਨ ਜਿਹੜੀ ਇਲੈਕਟ੍ਰੋਨ ਪੇਅਰ ਦੂਸਰੀ ਸਾਈਡ ਨੂੰ ਮੂਵ ਕਰੂਗਾ. ਐਂਡ ਦਾ ਪ੍ਰੋਡਕਟ ਫਾਰਮਡ ਇਜ਼ CH3, ਇੱਕ ਕਾਰਬਨ 'ਤੇ ਉਹ CH3 ਲੱਗ ਗਿਆ, ਇੱਕ 'ਤੇ ਹਾਈਡਰੋਜਨ, ਵਨ ਆਫ ਦਾ ਹਾਈਡਰੋਜਨਸ ਲੱਗ ਗਈ. ਜਦੋਂ ਇਹਦਾ ਦਿਖਾਵਾਂਗੇ ਮੈਕੈਨਿਜ਼ਮ ਦੈਟ ਇਜ਼ ਉਹ CH3 ਅਟੈਕਸ ਵਨ ਆਫ ਦਾ ਕਾਰਬਨਸ, ਤਾਂ ਨੈਗੇਟਿਵਲੀ ਚਾਰਜਡ ਆਇਨ ਬਣ ਗਿਆ ਡਬਲ ਬੌਂਡ ਵਾਲਾ. ਫਿਰ ਇਸ 'ਤੇ ਨੈਗੇਟਿਵ ਸਾਈਡ 'ਤੇ ਹਾਈਡਰੋਜਨ ਆ ਗਈ ਐਲਕੋਹਲ ਵਾਲੀ. ਸੋ ਮਿਥਾਈਲ ਵਿਨਾਈਲ ਈਥਰ ਇਜ਼ ਫਾਰਮਡ. ਦੈਨ ਕਮਸ ਪੋਲੀਮਰਾਈਜੇਸ਼ਨ ਰਿਐਕਸ਼ਨਸ. ਇਹ ਬੇਟਾ ਇੱਥੇ ਇੰਪੋਰਟੈਂਟ ਨੇ. ਨਿਊਕਲੀਓਫਿਲਿਕ ਐਡੀਸ਼ਨ ਰਿਐਕਸ਼ਨ ਵੀ HCN ਵਗੈਰਾ ਦੀ ਪੁੱਛੀ ਜਾ ਸਕਦੀ ਹੈ ਅਤੇ ਪੋਲੀਮਰਾਈਜੇਸ਼ਨ ਰਿਐਕਸ਼ਨ ਵੀ ਇੰਪੋਰਟੈਂਟ ਨੇ. ਸੋ ਇਹਦੇ 'ਚ ਸਾਨੂੰ ਇੱਕ ਤਾਂ ਕੰਡੀਸ਼ਨ ਦੱਸਣੀ ਪੈਣੀ ਹੈ, ਕਦੇ ਦੋ ਮੋਲੀਕਿਊਲਸ ਰਿਐਕਟ ਕਰਕੇ ਡਾਈਮਰ ਬਣਾਉਂਦੇ ਆ, ਕਦੇ ਟਰਾਈਮਰ ਬਣਾਉਂਦੇ ਆ, ਕਦੇ ਟੈਟਰਾਮਰ ਬਣਾਉਂਦੇ ਆ. ਸੋ ਜਦੋਂ ਦੋ ਮੋਲੀਕਿਊਲਸ ਰਿਐਕਟ ਕਰਦੇ ਆ, ਪਹਿਲੀ ਐਗਜ਼ਾਮਪਲ ਹੈ ਡਾਈਮਰਾਈਜੇਸ਼ਨ. when two molecules of acetylene react together ਤਾਂ ਇਸ ਤਰ੍ਹਾਂ ਦਾ ਇੱਕ ਲੰਬਾ ਮੋਲੀਕਿਊਲ ਬਣ ਜਾਂਦਾ ਵਿਨਾਈਲ ਐਸਟਲੀਨ. ਸੋ ਇਹਨੂੰ ਬੇਟਾ ਜਾਂ ਤਾਂ ਅਸੀਂ ਸ਼ਿਫਟ ਦਿਖਾ ਸਕਦੇ ਹਾਂ ਕਿ ਆਹ ਇਲੈਕਟ੍ਰੋਨਸ ਨੇ, ਇਹਨਾਂ ਨੇ ਇੱਥੇ ਵਿਚਕਾਰ ਬੌਂਡ ਬਣਾ ਲਿਆ ਦੋਨੋਂ ਕਾਰਬਨਸ ਦੀ. ਸੋ
ਇੱਧਰ ਸ਼ਿਫਟ ਹੋ ਗਿਆ ਤਾਂ ਇੱਕ ਟ੍ਰਿਪਲ ਬੌਂਡ ਆ, ਦੇਖੋ ਤੁਸੀਂ ਪ੍ਰੋਡਕਟ ਦੇ ਵਿੱਚ, ਵਨ ਇਜ਼ ਟ੍ਰਿਪਲ ਬੌਂਡ, ਵਨ ਇਜ਼ ਡਬਲ ਬੌਂਡ। ਸੋ ਹਾਈਡਰੋਜਨ ਜਿਹੜੀ ਹੈ ਇੱਥੋਂ ਵਾਲੀ ਜਦੋਂ ਬੌਂਡ ਬਣੂਗਾ ਤਾਂ ਆਹ ਹਾਈਡਰੋਜਨ ਆ ਜਿਹੜੀ ਸਿਰੇ 'ਤੇ ਚਲੀ ਜਾਊਗੀ। ਦਿਸ ਵਿਲ ਫਾਰਮ ਲਿੰਕ ਬਿਟਵੀਨ ਦਿਸ ਕਾਰਬਨ ਐਂਡ ਦਿਸ ਕਾਰਬਨ। ਅਤੇ ਆਹ ਹੁਣ ਕਿਉਂਕਿ ਉਹਦੀ ਇੱਕ ਬੌਂਡ ਐਕਸਟਰਾ ਬਣ ਰਿਹਾ ਤਾਂ ਹਾਈਡਰੋਜਨ ਵਿਲ ਗੋ ਔਨ ਦ ਅਦਰ ਐਂਡ। ਅੱਛਾ, ਹੁਣ ਇਹ ਵੀ ਰਿਐਕਸ਼ਨ ਹੈ ਜਿਹੜੀ ਕਿਊਪਰਸ ਕਲੋਰਾਈਡ ਐਂਡ ਇਨ ਅਮੋਨੀਅਮ ਕਲੋਰਾਈਡ। ਕਿਊਪਰਸ ਕਲੋਰਾਈਡ ਲਿਖਣਾ ਜ਼ਰੂਰੀ ਹੈ ਇੱਥੇ ਐਰੋ ਦੇ ਉੱਤੇ, ਹੈ ਨਾ, ਇੱਥੇ ਦੱਸ ਦਿਓ ਜਾਂ ਕੰਡੀਸ਼ਨ ਆ ਦੱਸੋਗੇ ਕਿ ਦਿਸ ਰਿਐਕਸ਼ਨ ਡਾਈਮਰਾਈਜੇਸ਼ਨ ਟੇਕਸ ਪਲੇਸ ਇਨ ਪ੍ਰੈਜ਼ੈਂਸ ਆਫ cuprous chloride। Then next reaction is that is trimerization, ਕਿ ਐਸਟਲੀਨ ਦੇ 3 molecules ਇਕੱਠੇ ਹੋ ਕੇ 6 membered ring ਬਣਾ ਦੇਣ ਜਦੋਂ ਇਹਨਾਂ ਨੂੰ ਹੀਟ ਕਰੀਏ। So when acetylene is passed through red hot iron tube, ਆਹ ਨਾਲ ਲਿਖਣਾ ਪੈਣਾ ਹੈ ਨਾ, ਤੇ ਹੀਟ ਦਾ ਸਾਈਨ ਇਸ ਤਰ੍ਹਾਂ ਟ੍ਰਾਇੰਗਲ ਵੀ ਪਾ ਸਕਦੇ ਹੋ। So when 3 such molecules they are written together, ਇਸ ਤਰ੍ਹਾਂ ਕਰਕੇ ਜੇ ਅਸੀਂ ਇਸ ਤਰ੍ਹਾਂ ਕਰ ਦਈਏ, ਹੈ ਨਾ, ਇੱਕ ਹੋਰ ਮੋਲੀਕਿਊਲ ਇਸ ਤਰ੍ਹਾਂ ਲਿਖ ਲਈਏ, ਦੈਨ ਵਿਲ ਸ਼ੋ ਕਿ ਆਹ ਬੌਂਡ ਇੱਥੇ ਚਲਿਆ ਗਿਆ, ਆਹ ਇਲੈਕਟ੍ਰੋਨ ਫਿਰ ਇੱਥੇ ਗਿਆ ਅਤੇ ਆਹ ਇੱਥੇ ਗਿਆ। ਸੋ ਐਜ਼ ਅ ਰਿਜ਼ਲਟ ਆਫ ਦਿਸ ਰਿੰਗ ਇਜ਼ ਫਾਰਮਡ, ਬੈਂਜ਼ੀਨ ਰਿੰਗ ਇਜ਼ ਫਾਰਮਡ। ਡਾਈਮਰਾਈਜੇਸ਼ਨ ਹੋ ਗਈ ਰੈੱਡ ਹੌਟ ਆਇਰਨ ਟਿਊਬ ਦੇ ਵਿੱਚ। ਦੈਨ ਜੇ CH3 ਲੱਗਿਆ ਹੋਵੇ, ਹੈ ਨਾ, ਉਹ ਤਾਂ ਐਸਟਲੀਨ ਸੀ, ਜੇ CH3 ਲੱਗਿਆ ਹੋਵੇ ਇਹਨੇ ਰਿੰਗ ਦਾ ਪਾਰਟ ਨਹੀਂ ਬਣਨਾ, ਇਹ ਸਾਈਡ ਗਰੁੱਪ ਬਣ ਜੂਗਾ। ਸੋ ਇਸ ਤਰ੍ਹਾਂ ਦੇ 3 ਫਰੈਗਮੈਂਟਸ ਇਕੱਠੇ ਹੋਣਗੇ ਤਾਂ 3 CH3 ਬੈਂਜ਼ੀਨ ਰਿੰਗ ਨੂੰ ਇਸ ਤਰ੍ਹਾਂ ਲੱਗ ਜਾਣਗੇ। ਸੋ ਮੈਸਟਾਈਲਿਨ ਇਜ਼ ਫਾਰਮਡ। ਸੋ ਉਹਦਾ ਨਾਂ ਲਿਖੋ, ਨਹੀਂ ਲਿਖੋ, ਆ ਫਾਰਮੂਲਾ ਜਸਟ ਲਿਖ ਦਿਓਗੇ, ਨੀਡ ਨਾਟ ਰਾਈਟ ਇਟਸ ਨੇਮ। ਓਕੇ, ਦੈਨ ਕਮਸ ਟੈਟਰਾਮਰਾਈਜੇਸ਼ਨ। ਜਦੋਂ 4 ਮੋਲੀਕਿਊਲਸ ਹੁੰਦੇ ਆ ਤਾਂ ਅੱਗੇ ਦੀ ਤਰ੍ਹਾਂ ਤੁਹਾਨੂੰ ਦੱਸਿਆ ਕਿ ਹਰੇਕ ਦਾ ਅੱਗੇ ਸ਼ਿਫਟ ਹੋ ਜਾਂਦਾ ਹੈ ਨਾ। ਸੋ ਇਸ ਤਰ੍ਹਾਂ ਦੇ ਜੇ 4 ਮੋਲੀਕਿਊਲਸ ਹੋਣਗੇ ਇਹ ਅੱਗੇ ਹੋ, ਇਸ ਤਰ੍ਹਾਂ ਕਰਕੇ 8 membered ring is formed, but this reaction takes place in presence of nickel cyanide। So ਬੇਟਾ ਕੰਡੀਸ਼ਨਸ ਤਿੰਨੋਂ ਲਈ ਯਾਦ ਰੱਖਣੀਆਂ। So this reaction may be asked। Then comes the most important part of alkynes, ਜਿਹੜੀਆਂ reactions ਨੇ। Acidity of alkynes। Acidity of alkynes ਦਾ ਕੀ ਮਤਲਬ ਹੈ ਕਿ ਹਾਈਡਰੋਜਨ ਜਿਹੜੀ ਅਲਕਾਈਨਸ ਦੀ ਟਰਮੀਨਲੀ ਜੇ ਪ੍ਰੈਜ਼ੈਂਟ ਹੈ ਟ੍ਰਿਪਲ ਬੌਂਡ CH ਅਖੀਰ 'ਤੇ ਹੈ ਜਾਂ ਸਿਰੇ 'ਤੇ ਹੈ। ਕਈ ਵਾਰੀ 5-6 ਮੈਂਬਰਡ ਕਾਰਬਨ ਹੋਵੇ, 5-6 ਕਾਰਬਨਸ ਵਾਲੀ ਇੱਕ ਅਲਕਾਈਨ ਹੋਵੇ ਤਾਂ ਉਹਦਾ ਮਿਡਲ 'ਚ ਟ੍ਰਿਪਲ ਬੌਂਡ ਪ੍ਰੈਜ਼ੈਂਟ ਹੋਵੇ, ਫਿਰ ਨਹੀਂ ਕਹਾਂਗੇ ਕਿ ਐਸਿਡਿਕ ਹੈ। ਪਰ ਜੇ ਸਿਰੇ 'ਤੇ ਲੱਗੀ ਹੋਈ ਹੈ, ਟਰਮੀਨਲ ਹੈ, ਜਿਹਦੇ 'ਚ ਆਹ ਵਾਲਾ ਗਰੁੱਪ ਪ੍ਰੈਜ਼ੈਂਟ ਹੈ, ਸਿਰੇ 'ਤੇ ਹੈ, ਟ੍ਰਿਪਲ ਬੌਂਡ CH ਪ੍ਰੈਜ਼ੈਂਟ ਹੈ, ਸੋ ਇਹਨੂੰ ਕਹਾਂਗੇ ਟਰਮੀਨਲ ਐਲਕਾਈਨ। ਅਤੇ ਇਸ ਤਰ੍ਹਾਂ ਦੇ ਗਰੁੱਪਸ ਨੇ ਜਿਹੜੇ ਦੇ ਸ਼ੋ ਐਸਿਡਿਕ ਕਰੈਕਟਰ। ਕਿਉਂ? ਇਹਦੇ ਸਾਨੂੰ 2 ਰੀਜ਼ਨ ਡਿਸਕਸ ਕਰਨੇ ਪੈਣਗੇ। ਕਾਜ਼ ਆਫ ਐਸਿਡਿਟੀ, ਕਿਉਂਕਿ ਸੋਡੀਅਮ ਦੇ ਸਾਲਟ ਬਣਾਉਂਦੀ ਹੈ ਜਿਹੜੀ ਐਸਟਲੀਨ ਹੈ, ਸੋਡੀਅਮ ਦੇ, ਸਿਲਵਰ ਦੇ, ਕਾਪਰ ਦੇ, ਸੋ ਇਸ ਤਰ੍ਹਾਂ ਦੇ ਸਾਲਟ ਬਣਦੇ ਆ। ਤਾਂ ਉਹਦੇ ਲਈ ਸਾਨੂੰ ਦੱਸਣਾ ਪੈਣਾ ਹੈ ਕਿ ਇਹਦੀ ਕੀ ਖਾਸੀਅਤ ਹੈ, ਵਾਈ ਇਟ ਸ਼ੋਜ਼ ਐਸਿਡਿਕ ਕਰੈਕਟਰ। ਸੋ ਫਸਟ ਪੁਆਇੰਟ ਇਜ਼ ਹਾਈਬ੍ਰਿਡਾਈਜੇਸ਼ਨ। ਹਾਈਬ੍ਰਿਡਾਈਜੇਸ਼ਨ 'ਚ ਦੱਸੋਗੇ ਕਿ ਐਲਕਾਈਨਸ ਦੇ ਵਿੱਚ ਕਾਰਬਨ ਹੈ ਜਿਹੜੀ ਦੈਟ ਇਜ਼ sp ਹਾਈਬ੍ਰਿਡਾਈਜ਼ਡ। ਅਲਕੀਨਸ ਦੇ ਵਿੱਚ sp2 ਹੁੰਦੀ ਹੈ, ਅਲਕੇਨਸ ਦੇ ਵਿੱਚ sp3 ਹਾਈਬ੍ਰਿਡ ਹੁੰਦੀ ਹੈ। ਸੋ ਬੇਟਾ sp ਹਾਈਬ੍ਰਿਡ ਕਾਰਬਨ ਹੈ ਜਿਹੜੀ ਇਨ ਕੇਸ ਆਫ ਐਲਕਾਈਨਸ ਇਟ ਇਜ਼ ਮੋਰ ਇਲੈਕਟ੍ਰੋਨੈਗੇਟਿਵ। ਕਿਉਂ ਕਹਿ ਸਕਦੇ ਹਾਂ? ਕਿਉਂਕਿ the size of sp orbital is smaller, the percentage of s character is 50%, ਕਿਉਂਕਿ ਇੱਕ s ਹੈ orbital, ਇੱਕ p orbital ਹੈ, ਸੋ 50% ਹੈ। ਹੁਣ s orbital ਕਿਉਂਕਿ ਨਿਊਕਲੀਅਸ ਦੇ ਨੇੜੇ ਹੁੰਦਾ, ਉਹਦੀ ਇਲੈਕਟ੍ਰੋਨ ਨੂੰ ਅਟਰੈਕਟ ਕਰਨ ਦੀ ਟੈਂਡੈਂਸੀ ਜ਼ਿਆਦਾ ਹੁੰਦੀ ਹੈ। ਜਦੋਂ ਇਲੈਕਟ੍ਰੋਨ ਨੂੰ ਅਟਰੈਕਟ ਕਰਨ ਦੀ ਟੈਂਡੈਂਸੀ ਜ਼ਿਆਦਾ ਹੈ ਕਾਰਬਨ ਦੀ ਡਿਊ ਟੂ ਦ ਪ੍ਰੈਜ਼ੈਂਸ ਆਫ sp ਹਾਈਬ੍ਰਿਡ orbital, ਤਾਂ ਕਹਿੰਦੇ ਆ ਕਿ ਕਾਰਬਨ ਇਜ਼ ਮੋਰ ਐਸਿਡਿਕ ਬਿਕੋਜ਼ ਇਟ ਇਜ਼ ਮੋਰ ਇਲੈਕਟ੍ਰੋਨੈਗੇਟਿਵ। ਸੋ ਇਨ ਕੇਸ ਆਫ ਐਲਕਾਈਨਸ ਦਿਸ ਕਾਰਬਨ ਇਜ਼ more electronegative or it is more acidic because it can withdraw this shared pair of electrons towards itself। ਥੋੜੇ ਜਿਹੇ ਇੱਧਰ ਨੂੰ ਸ਼ਿਫਟ ਹੋ ਜਾਂਦੇ ਆ, ਕਾਰਬਨ ਵਾਲੀ ਸਾਈਡ ਨੂੰ ਇੱਧਰ ਨੂੰ ਸ਼ਿਫਟ ਹੋ ਜਾਂਦੇ ਆ away from the hydrogen। ਤਾਂ ਹੁਣ ਜਦੋਂ ਹਾਈਡਰੋਜਨ ਕੋਲ ਇਲੈਕਟ੍ਰੋਨ ਦੀ ਡੈਫੀਸ਼ੀਐਂਸੀ ਇਟ ਕੈਨ ਬੀ ਈਜ਼ੀਲੀ ਟੇਕਨ ਆਊਟ, ਤਾਂ ਆਪੇ ਛੱਡ ਜੂਗੀ ਹਾਈਡਰੋਜਨ ਜਦੋਂ ਇਲੈਕਟ੍ਰੋਨ ਨਹੀਂ ਮਿਲ ਰਹੇ। ਇਟ ਕੈਨ ਬੀ ਈਜ਼ੀਲੀ ਆਇਓਨਾਈਜ਼ਡ। ਸੋ ਈਜ਼ੀਲੀ ਆਇਓਨਾਈਜ਼ਡ ਕੋਈ ਵੀ ਚੀਜ਼ ਹੈ ਜਿਹੜੀ ਹਾਈਡਰੋਜਨ ਆਇਨ ਦਿੰਦੀ ਹੈ ਦੈਟ ਇਜ਼ ਸੈਡ ਟੂ ਬੀ ਐਸਿਡਿਕ। ਅੱਛਾ, ਹੁਣ ਇਹ ਐਸਿਡਿਕ ਤਾਂ ਹੈਗੀ ਪਰ ਇੰਨੀ ਜ਼ਿਆਦਾ ਨਹੀਂ ਕਿ ਲਿਟਮਸ ਨੂੰ ਰੈੱਡ ਕਰ ਦੇਵੇ, ਹੈ ਨਾ, ਜਿਵੇਂ ਵਾਟਰ ਨੂੰ ਵੀ ਸੇ ਇਟ ਹੈਜ਼ ਸਲਾਈਟ ਐਸਿਡਿਕ ਕਰੈਕਟਰ। ਸੋ ਵਾਟਰ ਇਜ਼
more acidic than these alkynes. पर alkynes भी क्योंकि हाइड्रोजन है ईजीली रिमूव हो जाती है, इट इज़ ईजीली आयोनाइजेबल ड्यू टू मोर इलैक्ट्रोनैगेटिव और मोर एस करैक्टर ऑफ कार्बन, 50% एस करैक्टर ऑफ कार्बन है ना। तो इस करके इनू कहने दे आर मोर एसिडिक। सैकेंड रीजन है जोड़ा दैट इज़ स्टेबिलिटी ऑफ एल्काइनाइल आयन, कि अल्काइनस तो हाइड्रोजन रिमूव करने तो बाद जोड़ा आयन बनूगा, एच पॉजिटिव रिमूव हो गया तो कार्बन पर नैगेटिव चार्ज रहूगा है ना। सो आ जो रिमूव हो गया यू विल गैट अल्काइनाइल आयन, आ बन गया नैगेटिव चार्ज वाला। तो हुण क्योंकि कार्बन है उहदा एस करैक्टर ज़्यादा है, तो इलैक्ट्रॉन जिहड़े ने नैगेटिव चार्ज वाले उन्होंने ये अच्छी तरह अपने वालों अट्रैक्ट कर सकती है। इट कैन एडजस्ट, इट कैन अकोमोडेट द नैगेटिव चार्ज मोर कन्वीनियंटली बिकॉज it is here sp orbital is present closer to the nucleus of this carbon. So ਜਦੋਂ ਹੀ ਜਿਹੜੀ ਕਾਰਬਨ ਹੈ ਨੈਗੇਟਿਵ ਚਾਰਜ ਨੂੰ ਅੱਛੀ ਤਰ੍ਹਾਂ ਅਕਮੋਡੇਟ ਕਰ ਸਕਦੀ ਹੈ ਤਾਂ ਇਹਨੂੰ ਅਸੀਂ ਕਹਿੰਦੇ ਹਾਂ ਕਿ ਸਟੇਬਿਲਿਟੀ ਆਫ ਦਿਸ ਆਇਨ ਫਾਰਮਡ ਇਜ਼ ਮੋਰ। ਜਿੰਨਾ ਵੱਧ ਸਟੇਬਲ ਹੈ ਓਨਾ ਜਲਦੀ ਬਣਦਾ ਹੈ। ਸੋ ਜਲਦੀ ਬਣਦਾ ਤਾਂ ਹਾਈਡਰੋਜਨ ਉਨੀ ਛੇਤੀ ਆਇਓਨਾਈਜ਼ ਹੋ ਜਾਂਦੀ ਹੈ। ਸੋ ਇਸ ਲਈ ਐਸਿਡਿਕ ਕਰੈਕਟਰ ਹੈ ਜਿਹੜਾ ਇਹਦਾ ਜ਼ਿਆਦਾ ਹੁੰਦਾ ਹੈ due to these reasons, hybridization and stability of alkynyl ion. So this is very very important कि why जे पूछा जाता है why alkynes show acidic character, तो आ दो चीज़ां दसनियां होणगियां आपां। अच्छा अगे हैगा इहनूं एक्सप्लेन करदा कि एल्कली मैटल एस्लाइड्स बनाउंदा जिहदे करके असीं कहने कि एसिडिक करैक्टर है, की खासियत है। तो इहदे नूं जे असीं सोडियम नाल रिएक्ट करन दी कोशिश करिए तो हाइड्रोजन की थां ते सोडियम लग जाता है, हाइड्रोजन गोज आउट आयोनाइज हो जाता तो वो थां ते सोडियम आ जाता है। सो दिस सोडियम सॉल्ट इज़ फॉर्मड, सोडियम एस्पलाइड, तो हाइड्रोजन इवॉल्व हो जाती है जी निकली है ना मॉलिक्यूलर हाइड्रोजन की फॉर्म च। बट बिकॉज इट इज़ वेरी वीकली एसिडिक, इट इज़ लैस एसिडिक दैन वाटर, तो जोड़े स्ट्रोंगर एसिड होंगे वीकर एसिड नूं रिप्लेस कर देंगे उन्होंने सलूशन चों। सो जो वाटर नाल इहनूं असीं रिएक्ट करांगे तो वाटर ज़्यादा एसिडिक है तो सोडियम नूं ये रिलीज़ करन च हैल्प करूगा तो वापस इत्थे हाइड्रोजन आ जूगी। सो वाटर दा सॉल्ट समझ लो बन गया, एसिलीन हो गया जिहड़ा। सो वाटर इज़ मोर एसिडिक दैन एसिलीन। अगली जिहड़ी रिएक्शन है दैट इज़ फॉर्मेशन ऑफ हैवी मैटल एस्लाइड्स, सिल्वर कॉपर ते दिखाए है कि सिमिलरली जिवें सोडियम नाल रिएक्ट होया सी उस तरह जी टर्मिनल एल्काइन है इट कैन रिएक्ट विद सिल्वर आयन्स, तो सिल्वर का एस्पलाइड बन गया। सो वाइट प्रेसिपिटेट बनते हैं जो सिल्वर पा के देखिए असी तो वाइट प्रेसिपिटेट आते हैं, जे कॉपर पाने तो रैडिश प्रेसिपिटेट आते हैं। सो इन्हों पछाणन वास्ते भी आइडेंटिफिकेशन वास्ते भी ये टेस्ट यूज़ किया जा सकता है। सो बट दिस इज़ अगे जो कंप्लीकेटेड दी रिएक्शन दित्तियां वो असीं नहीं करनियां। सो दिस इज़ टू जस्टिफाई और टू शो द एसिडिक करैक्टर ऑफ एसिलीन। जो प्रूफ देना है तो तुसीं आ रिएक्शन दे सकते हो कि हाउ कैन यू शो सम रिएक्शनस है ना टू शो एसिडिक करैक्टर, तो आ 3 रिएक्शनस आपां दे सकते हैं। दैन नैक्सट रिएक्शन ऑक्सीडेशन रिएक्शन, ये बेटा तुसीं ऑक्सीडेशन वगैरह फटाफट कर लेना है, अपने आप ही कर लेना, बहुत ही इंपॉर्टेंट नहीं है पर तुसीं ये गो थ्रू तो होना ही है उस टाइम जिवें पहलां कीतियां होईयां ने हाइड्रोबोरेशन वगैरह। अच्छा हुण टर्मिनल अल्काइन के केस के BH3 नाल रिएक्शन करके आप पिछली वारी दिखाते सी BH3 ऐड होकर एक हाइड्रोजन एक कार्बन ते हाइड्रोजन चली जाओ, एक ते BH2 चले जाओ एक कार्बन ते। सो पहला ये बन गया प्रोडक्ट, फिर एक होर BH3 ऐड हो सकता है ऑन सेकेंड डबल बॉन्ड, तो उस तो बाद बेटा इस तरह का डबल डेरीवेटिव बन जाऊगा जिथे सेम कार्बन में 2 BH2 ग्रुप लगे हुए है, तो इनू असीं जैमिनल डाईबोरेन कहांगे, इसदा सबस्टिट्यूट डेरीवेटिव हो गया। पर इनू अवॉइड करने लई कि इस तरह का डबल डेरीवेटिव ना बने ताकि असीं रिएक्शन इस स्टेज तक ही रख सकीए, तो की किया जाता है कि B2H6 की जगह पे वी टेक सम बल्की बोरो कंपाउंड। ये बल्की बोरो कंपाउंड की है, इनू क्या होया डाई सायामाइल बोरेन, डाई सायामाइल बोरेन आ ना दिता होया है। ये है कि कंपाउंड, इट इज़ हैविंग दिस चेन, आ वाला ग्रुप है। प्रोपाइल नू
दो जगह ते CH3 लगे हुए 2 3 ते इत्थे भी आ प्रोपाइल चेन है, इनू 2 CH3 लगे हुए ने, ते ये बोरोन अटैच्ड है। सो दिस ग्रुप, दिस होल ग्रुप, दिस इज़ नोन एज डाईसाइमाइल बोरेन। आ इहदी शॉर्ट फॉर्म दे विच इहनूं रिप्रजेंट किया होया। सो बेटा जे देनी है तो उपरली रिएक्शन देने की लोड़ ही नहीं है, एंड यू विल गेट, जे आउंदी भी है कंप्लीट करनी तो आही आउंदी है। सो SiA2BH ਜਦੋਂ ਇਹਨੂੰ ਰਿਐਕਟ ਕਰਾਂਗੇ, क्योंकि दिस इज़ अ बल्की ग्रुप, ਜਿਹੜਾ ਆਹ ਵਾਲਾ ग्रुप ਆਪਾਂ ਉੱਪਰ ਦਿਖਾਇਆ ਪ੍ਰੋਪਾਈਲ ਨੂੰ 2 CH3 ਲੱਗੇ ਹੋਏ ਹੈ, ਇੱਕ ग्रुप ही ऐड हो सकता है, दूसरा हो ही नहीं सकता क्योंकि बहुत बड़ा ग्रुप है सिरे वाली कार्बन ते। सो जिमें आ दिखाया है इन द फर्स्ट स्टैप हाइड्रोजन इहदा इस कार्बन ते चलिया गया, बाकी का ग्रुप है जिहड़ा वो सैकेंड कार्बन ते इत्थे चलिया गया, सैकेंड कार्बन ते दिखाया हुआ है। ओके, नाउ द रिएक्शन हैज़ बिन स्टॉप्ड एट विनिलिक बोरेन की थां ते इत्थे ही स्टॉप हो जाऊगा, तो इत्थे हाइड्रोलाइज होने तो बाद विद H2O2 एंड OH नैगेटिव विल गेट दिस OH, जिथे बोरोन वाला ग्रुप लग्या उत्थे OH आ जाऊगा। फिर इनू असी रीऑर्गेनाइज करके हाइड्रोजन आ जिहड़ा आयोनाइज होके वापस आ जाने हैं इत्थे इलैक्ट्रॉन्स, H बाहर चलिया जाऊगा एंड विल गेट H जिहड़ा नाल वाली हाइड्रोजन ते चलिया गया, नाल वाली कार्बन ते सॉरी चलिया गया, तो कीटो ग्रुप च कन्वर्ट हो जाता। सो बेटा इनू तुसीं आपे ही देख लेना है, इट्स नॉट दैट इंपॉर्टेंट, पर इनू तुसीं प्लीज़ देख लियो कि की प्रोडक्ट्स आउंदियां ने, है ना। सो आ दित्ती हुई है जिथे जिथे सिरे ते बल्कि ग्रुप है, जिवें आ वा मिडल च आउंदा है ट्रिपल बॉन्ड, आ सेंटर च आ गया चेन दे, ते इहते भी दिखाया होया कि एक कार्बन नूं लग गया साइलाइल बोरेन, तो उत्थे OH आऊगा। जिहड़ी एडिशन हुंदी है दैट इज़ एंटी मार्कोनिक ऑफ एडिशन। सो इनू तुसीं आपे देखोगे। दैन नैक्सट रिएक्शन जिहड़ी तुसीं आपे चंगी तरह देख लैनी है दैट इज़ ओजोनोलिसिस। ओजोनोलिसिस का अल्कीन्स नालों ये फर्क है, उस तरह का ही ओजोनाइड बनता है, पर ये क्योंकि इत्थे ट्रिपल बॉन्ड है, अगे आपां डबल बॉन्ड सी, तो डबल बॉन्ड चों 2 बॉन्ड टुटते हैं जो ओजोनाइजेशन होंदी है, दोनों ही टुट जाते सी इत्थों सेंटर चों, तो इस तरह एक ऑक्सीजन उत्ते लगती सी ते 2 ऑक्सीजनस थल्ले लगदियां सी। बट नाउ वी आर हैविंग ट्रिपल बॉन्ड, इस करके एक बाकी बच जाता है सेंटर च, आ लाउणा पैना सानूं हुण इस टाइम। सो 5 मैंबर रिंग तो बनती है, पर कार्बन के विचकार भी एक बॉन्ड होंदा है। दैन विद जिंक एंड वाटर अगे की तरह ही होके C डबल बॉन्ड O दोनों दियां बन जाती है, कार्बोनिल ग्रुप आ जाता है इत्थे। सो दिस इज़ सिमिलर एग्जाम्पल, तो इनू बच्चे तुसीं आपे ही देखोगे। दैन कम्स ऑक्सीडेशन विद पोटाशियम परमैंगनेट। पोटाशियम परमैंगनेट लई भी पिछली बार की तरह ही है तकरीबन, सिर्फ इन्ना है कि जदों ट्रिपल बॉन्ड CH होवे, जिवें इस केस दे विच ट्रिपल बॉन्ड CH है, तो एल्केलाइन KMnO4 की जदों ऑक्सीडेशन होंदी है रूम टैंपरेचर ते, दैन दिस कार्बन गैट्स चेंज टू, दोनों कार्बन से कार्बोनिल ग्रुप C डबल बॉन्ड O ग्रुप है ना, पर क्योंकि जो सिरे ते हुंदियां नाल OH भी आउंदा है। सो टर्मिनल ट्रिपल बॉन्ड CH चेंजेस टू COO एसिडिक ग्रुप विद एल्केलाइन KMnO4। सो सिरे वाली जिहड़ी हुण फिर आ दिखाई हुई है, जिहड़ी तां मिडल च आ जूगी वो कार्बोनिल ग्रुप है, आ कार्बोनिल ग्रुप बनाऊगी, आह टर्मिनल है जिहड़ी ट्रिपल बॉन्ड CH ये एसिडिक ग्रुप दे विच शिफ्ट हो जाऊगी COOH। सो दिस इज़ कार्बोनिल ग्रुप, सिरे वाली COOH, जो भी ना है तुसीं आपे देखोगे की बनता है। दैन ब्यूटाइन दे विच भी इस तरह ही है, हुण क्योंकि दोनों ही मिडल च आ गई, तो आ भी CO होगी, आ भी CO हो, हुण इस टाइम टर्मिनल कोई नहीं है कार्बन, ट्रिपल बॉन्ड CH नहीं है, इसलिए जस्ट इत्थे डबल बॉन्ड O डबल बॉन्ड O प्रोडक्ट शो कर दोगे। सो दिस इज़ द प्रोडक्ट जिथे कार्बोनिल ग्रुप शिफ्ट होंदी, जो सिरे ते होवे टर्मिनल होवे तां COOH ग्रुप बनता है, जे मिडल च आउंदी है तां C डबल बॉन्ड O बनता है। सो अकॉर्डिंगली उहदी प्रोडक्ट लिख दोगे। दैन कम्स ऑक्सीडेशन एट हायर टैंपरेचर, तो पिछली बारी भी आपां करदे सी कि उदों बॉन्ड क्लीवेज डबल बॉन्ड टुट जांदा सी जदों टैंपरेचर ज़्यादा सी जां कॉन्सनट्रेटेड सोल्यूशन सीगा, तो हुण इत्थे भी जदों हायर टैंपरेचर ते करदे हैं तां ट्रिपल बॉन्ड टुट जूगा, तो जे टर्मिनल CH है हुण अलग हो गया, तो उन्हें कार्बन डाइऑक्साइड बनाना, इन्हें कार्बन डाइऑक्साइड ते वाटर बनाना, तो इस ने जिथों टुटिया दिस कार्बन विल फॉर्म COOH कार्बोक्सिलिक ग्रुप। सो जे दिखाइए तो आ बन गया प्रोपेनोइक एसिड एंड कार्बन डाइऑक्साइड,
ਤੇ ਵਾਟਰ ਇੱਥੇ ਦਿਖਾਇਆ ਨਹੀਂ ਹੋਇਆ। ਓਕੇ ਦੈਨ ਇਨ ਦ ਸੈਕਿੰਡ ਐਗਜ਼ਾਮਪਲ ਇੱਥੇ ਟਰਮੀਨਲ CH ਤਾਂ ਹੈ ਨਹੀਂਗਾ ਜਿੱਥੋਂ ਕਾਰਬਨ ਡਾਈਆਕਸਾਈਡ ਬਣੇ, ਸੋ ਆ ਵੀ ਐਸਿਡ ਬਣ ਜੂ ਤੇ ਇੱਕ ਆ ਵੀ ਐਸਿਡ ਬਣ ਜੂ। ਇਸ ਕਾਰਬਨ ਦਾ COOH ਬਣ ਜਾਣਾ, ਇਹਨੂੰ COH ਬਣਾ ਦੇਣਾ, ਇਹਨੂੰ ਵੀ COH ਬਣਾ ਦੇਣਾ। ਐਂਡ ਦੇਰ ਇਜ਼ ਰਪਚਰ ਔਰ ਬ੍ਰੇਕੇਜ ਆਫ ਦ ਮਲਟੀਪਲ ਦਿਸ ਟ੍ਰਿਪਲ ਬੌਂਡ ਦੋਨੋਂ ਦੇ ਵਿੱਚ। ਸੋ ਦਿਸ ਇਜ਼ ਐਟ ਹਾਇਰ ਟੈਂਪਰੇਚਰ, ਇਹ ਫਰਕ ਹੈ ਬੇਟਾ। ਸੋ ਵਿਦ ਦਿਸ ਕੱਲ੍ਹ ਨੂੰ ਆਪਾਂ ਕੋਸ਼ਿਸ਼ ਕਰਾਂਗੇ ਟੂ ਡੂ ਦ ਨਿਊ ਟੋਪਿਕ।